लेडी ने कुछ नहीं करो नहीं चलेगी नहीं चलेगी नहीं चलेगी बंद करो बंद करो बंद करो बर्खास्त करो बर्खास्त करो मंत्री मुर्दाबाद 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 सरकार मुर्दाबाद कैबिनेट मंत्री मुर्दाबाद धक्केशाही नहीं चलेगी धक्केशाही नहीं चलेगी बस अरे एक को बुलाओ नारियल मंत्री लुक गया ठगा मंत्री लुक गया। सत श्री अकाल जी, मैं अमनप्रीत सिंह वॉइस ऑफ पंज आप टीवी देख रहे ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਇਸ ਸਰਕਾਰ ਨੂੰ ਲਗਭਗ 4.5 ਸਾਲ ਹੋ ਗਏ ਹੈ। ਚੋਣਾਂ ਦਾ ਸਮਾਂ ਨੇੜੇ ਹੈ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਿਆਸੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਦੂਜੇ ਦੇ ਉੱਤੇ ਸਿਆਸੀ ਹਮਲੇ ਵੀ ਹੁਣ ਤੇਜ਼ ਹੋ ਗਏ ਹੈ। ਦਲ ਬਦਲੀਆਂ ਦਾ ਦੌਰ ਵੀ ਹੁਣ ਸ਼ੁਰੂ ਹੋ ਜਾਵੇਗਾ। पर समय के उत्ते कांग्रेस के ਵੱਖ-ਵੱਖ MLA के उत्ते इल्ज़ाम लगते रहे हैं, उन्होंने नाल विवाद भी जुड़ते रहे हैं। चाहे वह बाजवियां के घर नौकरी होवे, चाहे वह खड्ड मिल जिहड़े खड्डां दा रौला होवे, रेते का रौला होवे, या फिर गैंगस्टरवाद नूं लैके जो पंजाब दे विच अपराध वध रहा उहदे विच कांग्रेसी MLA का नाम जुड़ना होवे। पर हुण एक ताज़ा विवाद पंजाब की कांग्रेस के नाल जुड़ गया है और विवाद जुड़िया हुशियारपुर तो कांग्रेस पार्टी के MLA सुंदर शाम अरोड़ा के नाल। उन्हां दे उत्ते कथित तौर पर यह इल्ज़ाम लग रहा कि उन्होंने 350 तो करीब 400 करोड़ के करीब का जो घपला किया है और यह घपला उन्होंने सरकारी जमीन नूं लैके किया है।
ਅੱਜ ਆਪੋਜੀਸ਼ਨ ਦੇ ਲੀਡਰ ਹਰਪਾਲ ਸਿੰਘ ਚੀਮਾ ਵੀ ਮੀਡੀਆ ਨੂੰ ਮੁਖਾਤਬ ਹੋਏ ਅਤੇ ਉਹਨਾਂ ਨੇ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਨੇ ਜੋ ਪੰਜਾਬ ਦੇ ਸਰਕਾਰ ਦੀ ਮਹਿੰਗੇ ਭਾਅ ਦੀ ਸਰਕਾਰੀ ਜ਼ਮੀਨ ਕੁਝ ਨਿੱਜੀ ਕੰਪਨੀਆਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਕੌਡੀਆਂ ਦੇ ਭਾਅ ਵੇਚ ਦਿੱਤੀ ਹੈ। ਇਸ ਦੇ ਉੱਤੇ ਅੱਜ ਮਾਣਯੋਗ ਕੋਰਟ ਨੇ ਉਹਨਾਂ ਨੂੰ ਸੰਮਣ ਵੀ ਭੇਜੇ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ, ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਸੀ, ਉਹ ਕੰਮ ਹੁਣ ਕੋਰਟ ਕਰ ਰਹੀ ਹੈ। ਇਸੇ ਨੂੰ ਲੈ ਕੇ ਵਿਰੋਧ ਸਿਰਫ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਬਲਕਿ ਵਿਰੋਧ ਅੱਜ ਬੀਜੇਪੀ ਨੇ ਵੀ ਕੀਤਾ। ਜੀ ਹਾਂ, ਬੀਜੇਪੀ ਵੱਲੋਂ ਵੀ ਵਿਰੋਧ ਹੋਇਆ। ਹਾਲਾਂਕਿ ਜਦੋਂ ਤੋਂ ਖੇਤੀ ਸੋਧ ਕਾਨੂੰਨ ਬੀਜੇਪੀ ਵੱਲੋਂ ਲਿਆਂਦੇ ਗਏ ਆ ਉਦੋਂ ਤੋਂ ਲਗਾਤਾਰ ਬੀਜੇਪੀ ਦਾ ਹੀ ਵਿਰੋਧ ਹੋ ਰਿਹਾ ਹੈ, ਖਾਸ ਕਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ। ਪਰ ਅੱਜ ਬੀਜੇਪੀ ਨੇ ਵੀ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਐਮਐਲਏ ਸੁੰਦਰ ਸ਼ਾਮ ਅਰੋੜਾ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਪੱਤਰਕਾਰਾਂ ਦੇ ਮੁਤਾਬਕ ਜੋ ਖਬਰ ਸਾਹਮਣੇ ਆਈ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਕੁਝ ਪ੍ਰੋਜੈਕਟਾਂ ਦਾ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ ਹੁਸ਼ਿਆਰਪੁਰ ਏਰੀਆ ਦੇ ਵਿੱਚ ਪਹੁੰਚੇ ਸੀ, ਜਿੱਥੇ ਬੀਜੇਪੀ ਦੇ ਕਾਰਕੁਨਾਂ ਵੱਲੋਂ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਉਹਨਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਭਾਰੀ ਪੁਲਿਸ ਬਲ ਵੀ ਜਿਹੜਾ ਤੈਨਾਤ ਸੀ, ਜਿਸ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅਤੇ ਇਹਨਾਂ ਕਾਰਕੁਨਾਂ ਦੀ ਪੁਲਿਸ ਦੇ ਨਾਲ ਰੱਜ ਕੇ ਧੱਕਾ ਮੁੱਕੀ ਵੀ ਹੋਈ। ਸੋ ਵੱਡੀ ਖਬਰ ਹੈ ਇਸ ਵੇਲੇ ਦੀ, ਕਿਉਂਕਿ ਪੰਜਾਬ ਕਾਂਗਰਸ ਦੇ ਇੱਕ ਹੋਰ ਮੰਤਰੀ ਦੇ ਨਾਲ ਇੱਕ ਨਵਾਂ ਵਿਵਾਦ ਜੁੜ ਗਿਆ। ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਜੋ ਸਿਆਸੀ ਨੁਮਾਇੰਦੇ ਹੈ, ਸਿਰਫ ਕਾਂਗਰਸ ਪਾਰਟੀ ਨਹੀਂ, ਪੰਜਾਬ ਦੀਆਂ ਲਗਭਗ ਹਰ ਇੱਕ ਸਿਆਸੀ ਪਾਰਟੀ ਦੇ ਕਿਸੇ ਨਾ ਕਿਸੇ ਸਿਆਸੀ ਨੁਮਾਇੰਦੇ ਨਾਲ ਘਪਲੇ ਨੂੰ ਲੈ ਕੇ ਜਾਂ ਵੱਖ-ਵੱਖ ਸੰਗੀਨ ਜੁਰਮਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਰਹਿੰਦੀਆਂ ਨੇ। ਹਾਲਾਂਕਿ ਕਾਰਵਾਈ ਕਈ ਵਾਰ ਹੁੰਦੀ ਹੈ ਪਰ ਜ਼ਿਆਦਾਤਰ ਕਾਰਵਾਈ ਨਹੀਂ ਹੁੰਦੀ ਸਿਆਸੀ ਰਸੂਖ ਦੇ ਕਰਕੇ। ਇਹ ਵੱਡੀ ਜਿਹੜੀ ਪੰਜਾਬ ਨੂੰ ਜਾਂ ਕਹਿ ਲਓ ਕਿ ਹਿੰਦੁਸਤਾਨ ਨੂੰ ਵੱਡੀਆਂ ਮੁਸ਼ਕਲਾਂ ਦਰਪੇਸ਼ ਨੇ। ਸਿਆਸੀ ਨੇਤਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਸਮਾਜ ਦੇ ਲਈ ਵਾਕਈ ਚਿੰਤਾ ਦਾ ਵਿਸ਼ਾ ਨੇ ਔਰ ਭਾਰਤੀ ਰਾਜਨੀਤੀ ਦੇ ਲਈ, ਕਿਉਂਕਿ ਇੰਡੀਆ ਜੋ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਔਰ ਅਸੀਂ ਲੋਕਤੰਤਰ ਦੀ ਮਿਸਾਲ ਦੁਨੀਆ ਦੇ ਵਿੱਚ ਪੈਦਾ ਕਰਦੇ ਹਾਂ। ਸਾਡੇ ਹੀ ਲੀਡਰਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਣੇ ਕੋਈ ਬਹੁਤੀ ਚੰਗੀ ਗੱਲ ਨਹੀਂ। ਪਰ ਸਿਆਸੀਆਂ ਵੱਲੋਂ ਲਗਾਤਾਰ ਜਿਹੜੇ ਤਿੱਖੇ ਹਮਲੇ ਕੀਤੇ ਜਾ ਰਹੇ ਆ, ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਇਸ ਨੂੰ ਸਿਰਫ ਤੇ ਸਿਰਫ ਵਿਰੋਧੀਆਂ ਦੀ ਰਾਜਨੀਤੀ ਕਹਿ ਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਹੈ। ਅੱਜ ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮਾ ਨੇ ਵੀ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜੇਕਰ ਕੈਪਟਨ ਅਤੇ ਸਿੱਧੂ ਦੇ ਵਿੱਚ ਰੱਤੀ ਭਰ ਵੀ ਇਮਾਨਦਾਰੀ ਆ, ਉਹਨਾਂ ਨੇ ਸਿੱਧੇ ਸ਼ਬਦਾਂ 'ਚ ਕੈਪਟਨ ਅਤੇ ਸਿੱਧੂ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਵਿੱਚ ਰੱਤੀ ਭਰ ਵੀ ਇਮਾਨਦਾਰੀ ਹੈਗੀ ਹੈ ਤਾਂ ਉਹ ਐਮਐਲਏ ਸੁੰਦਰ ਸ਼ਾਮ ਅਰੋੜਾ ਨੂੰ ਆਪਣੀ ਪਾਰਟੀ ਤੋਂ ਵੀ ਲਾਂਭੇ ਕਰਨ, ਆਪਣੇ ਐਮਐਲਏ ਦੇ ਅਹੁਦੇ ਤੋਂ ਲਾਂਭੇ ਕਰਨ ਅਤੇ ਜੋ ਉਦਯੋਗਿਕ ਮੰਤਰੀ ਦਾ ਉਹਨਾਂ ਕੋਲ ਅਹੁਦਾ ਉਸ ਤੋਂ ਲਾਂਭੇ ਕਰਨ ਅਤੇ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਣ, ਕਿਉਂਕਿ ਅੱਜ ਮੰਤਰੀ ਸਾਹਿਬ ਨੂੰ ਮਾਣਯੋਗ ਕੋਰਟ ਨੇ ਵੀ ਸੰਮਣ ਕੀਤਾ ਹੈ। ਇਸ ਦੇ ਉੱਤੇ ਹੁਣ ਸਿਆਸਤ ਹੋਰ ਭੱਗ ਗਈ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਅੱਜ ਜਦੋਂ ਸੁੰਦਰ ਸ਼ਾਮ ਅਰੋੜਾ ਆਪਣੇ ਹਲਕੇ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ, ਜੋ ਸੂਤਰਾਂ ਮੁਤਾਬਕ ਉਹਨਾਂ ਨੇ ਕਈ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਸੀ, ਤਾਂ ਬੀਜੇਪੀ ਦੇ ਕਾਰਕੁਨ ਅਤੇ ਹੋਰ ਸਥਾਨਕ ਲੋਕ ਉਹਨਾਂ ਦੇ ਵਿਰੋਧ ਦੇ ਵਿੱਚ ਆਏ, ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ, ਰੱਜ ਕੇ ਉਹਨਾਂ ਦੇ ਖਿਲਾਫ ਜੋ ਹੈ ਨਾਅਰੇਬਾਜ਼ੀ ਕੀਤੀ ਗਈ। ਇਸ ਸਾਰੇ ਮਾਹੌਲ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਜਿਹੜਾ ਤੈਨਾਤ ਕੀਤਾ ਗਿਆ ਸੀ, ਜਿਸ ਕਾਰਨ ਮਾਹੌਲ ਦੇ ਵਿੱਚ ਹੋਰ ਗਰਮਾਹਟ ਆ ਗਈ ਅਤੇ ਬੀਜੇਪੀ ਦੇ ਕਾਰਕੁਨਾਂ ਅਤੇ ਜੋ ਲੋਕ ਉੱਥੇ ਵਿਰੋਧ ਕਰਨ ਆਏ ਸੀ ਉਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਕਾਫੀ ਉੱਥੇ ਜੱਦੋਜਹਿਦ ਦੇਖਣ ਨੂੰ ਮਿਲੀ। ਇਸ ਸਭ ਦੇ ਵਿਚਕਾਰ ਕਾਂਗਰਸ ਪਾਰਟੀ ਦਾ ਇਹੀ ਕਹਿਣਾ ਕਿ ਇਹ ਸਿਰਫ ਤੇ ਸਿਰਫ ਰਾਜਨੀਤੀ ਹੈ, ਪਰ ਕਾਂਗਰਸ ਦੇ ਲਈ ਇਹ ਕੋਈ ਪਹਿਲਾ ਮਸਲਾ ਨਹੀਂ ਹੈ। ਵੱਖ-ਵੱਖ ਐਮਐਲਏ ਸਾਹਿਬਾਨ ਦੇ ਉੱਤੇ ਉਹਨਾਂ ਜਿਹੜੇ ਨੇ ਵੱਖ-ਵੱਖ ਜਿਹੜੇ ਸੰਗੀਨ ਆਰੋਪ ਜਿਹੜੇ ਆ ਉਹ ਵਿਰੋਧੀਆਂ ਵੱਲੋਂ ਲਗਾਏ ਗਏ ਆ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਜੇਲ੍ਹ ਮੰਤਰੀ ਸੁਖੀ ਰੰਧਾਵਾ ਉਹਨਾਂ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਸੀ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜਿਹੜੀ ਹੈ ਉਹ ਜੇਲ੍ਹ ਮੰਤਰੀ ਦੀ ਛਾਇਆ ਹੈ। ਇਸ ਤੋਂ ਪਹਿਲਾਂ ਬਾਜਵਿਆਂ ਦੇ ਘਰ ਇੱਕ ਸਰਕਾਰੀ ਨੌਕਰੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਜਿਹੜਾ ਮੰਤਰੀ ਰਾਣਾ ਨੇ ਉਹਨਾਂ ਦੇ ਉੱਤੇ ਖੱਡ ਮਿੱਲ ਦਾ ਇੱਕ ਰੌਲਾ ਪਿਆ ਸੀ। ਤਾਂ ਇਹ ਜਿਹੜੀਆਂ ਵੱਡੀਆਂ ਇਲਜ਼ਾਮ ਤਰਾਸ਼ੀਆਂ ਕਾਂਗਰਸ ਸਰਕਾਰ ਦੇ ਉੱਤੇ ਲਗਾਤਾਰ ਹੁੰਦੀਆਂ ਨੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜੋ ਕਿ ਉਹਨਾਂ ਦੇ ਆਪਣੀ ਪਾਰਟੀ ਦੇ ਨੇ, ਉਹ ਵੀ ਵੱਡੇ ਸਵਾਲ ਆਪਣੀ ਪਾਰਟੀ ਦੇ ਉੱਤੇ, ਪਾਰਟੀ ਦੇ ਸਿਸਟਮ ਦੇ ਉੱਤੇ, ਮਿਲੀ ਭੁਗਤ ਦੇ ਉੱਤੇ 75 ਜਿਹੜਾ 25 ਦਾ ਫਾਰਮੂਲਾ ਉਹਨਾਂ ਨੇ ਕਹਿ ਕੇ ਆਪਣੀ ਹੀ ਸਰਕਾਰ ਦੀ ਖਿੱਲੀ ਉਡਾਈ ਸੀ। ਸੋ ਉਸ ਫਹਿਰਿਸਤ ਦੇ ਵਿੱਚ ਹੁਣ ਇੱਕ ਹੋਰ ਕਾਂਗਰਸੀ ਐਮਐਲਏ ਦਾ ਜਿਹੜਾ ਨਾਮ ਜੁੜਦਾ ਜਾ ਰਿਹਾ।
ਇਹਨਾਂ ਆਰੋਪਾਂ ਦੇ ਵਿੱਚ, ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹਦਾ ਫੈਸਲਾ ਹੁਣ ਅਦਾਲਤ ਨੇ ਕਰਨਾ ਹੈ, ਪੁਲਿਸ ਨੇ ਕਰਨਾ ਹੈ, ਜਾਂਚ ਦਾ ਵਿਸ਼ਾ ਹੈ। ਪਰ ਇਲਜ਼ਾਮ ਜ਼ਰੂਰ ਲੱਗ ਰਹੇ ਆ ਔਰ ਕੋਰਟ ਨੇ ਉਹਨਾਂ ਨੂੰ ਸੰਮਣ ਵੀ ਕੀਤਾ। ਉਹਨਾਂ ਤੇ ਇਲਜ਼ਾਮ ਇਹ ਲੱਗ ਰਿਹਾ ਕਿ ਸਰਕਾਰੀ ਜ਼ਮੀਨ ਜਿਹੜੀ ਹੈ ਉਹਨਾਂ ਨੇ ਆਪਣੇ ਸਿਆਸੀ ਰਸੂਖ ਦੇ ਨਾਲ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਉਸ ਨੂੰ ਕੁਝ ਨਿੱਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਦਿੱਤਾ, ਉਹ ਵੀ ਕੌਡੀਆਂ ਦੇ ਭਾਅ, ਅਤੇ ਜਿਸ ਨਾਲ ਪੰਜਾਬ ਨੂੰ, ਪੰਜਾਬ ਦੇ ਖਜ਼ਾਨੇ ਨੂੰ, ਪੰਜਾਬ ਦੇ ਮਾਲੀਏ ਨੂੰ ਤਕਰੀਬਨ 350 ਤੋਂ 400 ਕਰੋੜ ਦਾ ਘਾਟਾ ਪੈਣ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਘਾਟਾ ਹੈ ਉਹ ਵੀ ਕਾਂਗਰਸ ਦੇ ਇੱਕ ਵਿਧਾਇਕ ਦੇ ਭਾਣਜੇ ਨਾਲ ਜੁੜਿਆ ਸੀਗਾ, ਜੋ ਕਿ ਕਣਕ ਦਾ ਘਟਾਲਾ, ਜਿਸ ਨੂੰ 1000 ਕਰੋੜ ਤੱਕ ਵੀ ਕਿਹਾ ਜਾ ਰਿਹਾ ਕਿ ਉਹ ਜਾ ਸਕਦਾ ਹੈ। ਸੋ ਇੱਕ ਲੰਬੀ ਫਹਿਰਿਸਤ ਹੈ। ਇਸ ਤੋਂ ਪਹਿਲਾਂ ਮੰਤਰੀ ਚਰਨਜੀਤ ਚੰਨੀ, ਉਹ ਵੀ ਆਪਣੇ ਜਿਹੜੇ ਹੈ ਉਹ ਔਰਤਾਂ ਪ੍ਰਤੀ, ਇੱਕ ਅਫਸਰ ਪ੍ਰਤੀ, ਮਹਿਲਾ ਅਫਸਰ ਪ੍ਰਤੀ ਟਵੀਟਾਂ ਨੂੰ ਲੈ ਕੇ ਜਿਹੜਾ ਹੈ ਵਿਵਾਦਾਂ ਦੇ ਵਿੱਚ ਰਹੇ ਸੀ। ਸੋ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮੰਤਰੀਆਂ ਦੇ ਉੱਤੇ ਆਰੋਪ ਲੱਗਣੇ ਇਹ ਲਗਾਤਾਰ ਵੱਧਦੇ ਹੀ ਜਾ ਰਹੇ ਹੈ। ਪਰ ਇਸ ਦੇ ਜੇ ਪੈਰਲਲ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਸੂਰਤ ਹਾਲ ਕੁਝ ਅਜਿਹਾ ਹੀ ਹੈ। ਹੁਣ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਐਮਐਲਏ ਸ਼ਾਮ ਸੁੰਦਰ ਅਰੋੜਾ ਦਾ ਵਿਰੋਧ ਕਰ ਰਹੀਆਂ, ਤਸਵੀਰਾਂ ਤੁਸੀਂ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਦੋਂ ਮੰਤਰੀ ਸ਼ਾਮ ਸੁੰਦਰ ਅਰੋੜਾ ਆਪਣੇ ਹਲਕੇ ਹੁਸ਼ਿਆਰਪੁਰ ਦੇ ਵਿੱਚ ਕੁਝ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਲਈ ਪਹੁੰਚੇ ਤਾਂ ਬੀਜੇਪੀ ਦੇ ਕਾਰਕੁਨ ਉਹਨਾਂ ਦਾ ਵਿਰੋਧ ਕਰਨ ਦੇ ਲਈ ਆਏ, ਉਹਨਾਂ ਦੇ ਵਿਰੋਧ ਦੇ ਵਿੱਚ ਨਾਅਰੇ ਲਾਏ ਗਏ, ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਦੇ ਨਾਲ ਵੀ ਥੋੜੀ ਧੱਕਾ ਮੁੱਕੀ ਹੋਈ ਹੈ। ਆਓ ਇੱਕ ਵਾਰ ਫੇਰ ਤੋਂ ਜਿਹੜੀਆਂ ਤਸਵੀਰਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੰਤਰੀ ਸ਼ਾਮ ਸੁੰਦਰ ਅਰੋੜਾ ਦਾ ਵਿਰੋਧ ਕੀਤਾ ਗਿਆ, ਨਾਅਰੇਬਾਜ਼ੀ ਕੀਤੀ ਗਈ, ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਦੇਖਦੇ ਹਾਂ ਤਸਵੀਰਾਂ।
ਕੋਈ ਧੱਕਾ ਨਹੀਂ ਕਰਦਾ ਪ੍ਰੋਟੈਸਟ ਕਰਨ ਦਾ ਸਾਡਾ ਅਧਿਕਾਰ ਆ ਜੋ ਕਹਿਣਾ ਚਾਹੀਦਾ ਇੱਕ ਮਿੰਟ ਮਿਲਣਗੇ ਨਹੀਂ ਗਏ ਕੋਲੋਂ सरकार मुर्दाबाद, कैबिनेट मंत्री मुर्दाबाद, धक्केशाही नहीं चलेगी, धक्केशाही नहीं चलेगी। अरे एक को बुलाओ। नारियल मंत्री लुक गया, ठगा का मंत्री लुक गया, चोर मंत्री लुक गया, चोर मंत्री लुक गया, प्रशासन दी आट लुकड़े वाला मंत्री मुर्दाबाद, मुर्दाबाद, मुर्दाबाद। बंदे दे गुंडा नहीं चलेगी, गुंडा करती नहीं चलेगी, नहीं चलेगी। ठगा दा सरदार अरोड़ा, हाय हाय, ठगा दा सरदार, हाय हाय, ठगा दा सरदार, हाय हाय। नहीं चलेगी, नहीं चलेगी, नहीं चलेगी, नहीं चलेगी,
ਪੰਜਾਬ ਸਰਕਾਰ ਤੁਸੀਂ ਲੈਣੇ ਨੂੰ ਪੁੱਛ ਕੇ ਕਰੋ ਮੈਡਮ ਨਾਲ ਪੁੱਛੀ ਕਰਨੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਕਾਂਗਰਸ ਦੇ ਐਮਐਲਏ ਸੁੰਦਰ ਸ਼ਾਮ ਅਰੋੜਾ ਦਾ ਘਿਰਾਓ ਕੀਤਾ ਗਿਆ, ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਦੇ ਵਰਕਰਾਂ ਵੱਲੋਂ, ਕਿਉਂਕਿ ਉਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਜਿਹੜੀ ਸਰਕਾਰੀ ਜ਼ਮੀਨ ਹੈ ਉਸ ਨੂੰ ਕੌਡੀਆਂ ਦੇ ਭਾਅ ਜਿਹੜਾ ਹੈ ਉਹ ਵੇਚ ਦਿੱਤਾ ਹੈ ਆਪਣੇ ਨਿੱਜੀ ਸਵਾਰਥ ਦੇ ਲਈ, ਨਿੱਜੀ ਕੰਪਨੀਆਂ ਦੇ ਹੱਥ ਦੇ ਵਿੱਚ। ਸੋ ਇਹ ਵੱਡੇ ਜਿਹੜੇ ਇਲਜ਼ਾਮ ਹੈ ਉਹ ਲੱਗ ਰਹੇ ਆ, ਪਰ ਇਸ ਦੇ ਉੱਤੇ ਕਾਂਗਰਸ ਪਾਰਟੀ ਬਿਲਕੁਲ ਚੁੱਪ ਹੈ। ਨਾ ਸੀਐਮ ਸਾਹਿਬ ਕੁਝ ਬੋਲ ਰਹੇ ਹੈ ਅਤੇ ਨਾ ਹੀ ਬਾਕੀ ਦੇ ਮੰਤਰੀ। ਇਸ ਦੇ ਉੱਪਰ ਲੀਡਰ ਆਫ ਆਪੋਜੀਸ਼ਨ ਹਰਪਾਲ ਚੀਮਾ ਨੇ ਵੀ ਕਿਹਾ ਕਿ ਜੇਕਰ ਸਿੱਧੂ ਸਾਹਿਬ ਅਤੇ ਕੈਪਟਨ ਸਾਹਿਬ ਦੇ ਵਿੱਚ ਰੱਤੀ ਭਰ ਵੀ ਇਮਾਨਦਾਰੀ ਹੈਗੀ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ, ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚੋਂ ਅਤੇ ਉਹਨਾਂ ਦੀ ਪਾਰਟੀ ਤੋਂ ਲਾਂਭੇ ਕਰਕੇ ਸੁੰਦਰ ਸ਼ਾਮ ਅਰੋੜਾ ਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਹੈ ਤਾਂ ਜੋ ਇੱਕ ਮਿਸਾਲ ਕਾਇਮ ਹੋ ਸਕੇ। ਫਿਲਹਾਲ ਕਾਂਗਰਸ ਇਸ ਨੂੰ ਵਿਰੋਧੀਆਂ ਦੀ ਰਾਜਨੀਤੀ ਕਰਾਰ ਦੇ ਰਹੀ ਹੈ, ਪਰ ਅੱਜ ਸੁੰਦਰ ਸ਼ਾਮ ਅਰੋੜਾ ਦਾ ਆਪਣੇ ਹੀ ਹਲਕੇ ਜੋ ਹੁਸ਼ਿਆਰਪੁਰ ਦੇ ਵਿੱਚ ਭਾਰੀ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਅਤੇ ਹੋਰ ਵੀ ਲੋਕਾਂ ਦੇ ਵੱਲੋਂ, ਕਿਉਂਕਿ ਉਹਨਾਂ ਦੇ ਉੱਤੇ ਸਰਕਾਰੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਨਿੱਜੀ ਕੰਪਨੀਆਂ ਨੂੰ ਵੇਚਣ ਦਾ ਇਲਜ਼ਾਮ ਲੱਗ ਰਿਹਾ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਜੋ ਘੁਟਾਲਾ ਉਹਨਾਂ ਨੇ ਕੀਤਾ ਕਥਿਤ ਤੌਰ ਤੇ ਉਹ 350 ਤੋਂ 400 ਕਰੋੜ ਦਾ ਘੁਟਾਲਾ ਹੈ ਅਤੇ ਮਾਣਯੋਗ ਅਦਾਲਤ ਨੇ ਵੀ ਉਹਨਾਂ ਨੂੰ ਸੰਮਨ ਕੀਤਾ। ਸੋ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ। ਇਸ ਤਰ੍ਹਾਂ ਦੇ ਇਲਜ਼ਾਮ ਭਾਰਤੀ ਜਿਹੜੇ ਰਾਜਨੇਤਾਵਾਂ ਦੇ ਉੱਤੇ ਲੱਗਣੇ, ਪੰਜਾਬ ਦੇ ਰਾਜਨੇਤਾਵਾਂ ਦੇ ਉੱਤੇ ਲੱਗਣੇ ਔਰ ਖਾਸ ਕਰ ਸੱਤਾ ਧਿਰਾਂ ਦੇ ਜਿਹੜੇ ਲੀਡਰਾਂ ਦੇ ਉੱਤੇ ਲੱਗਣੇ ਪੰਜਾਬ ਦੇ ਲਈ, ਹਿੰਦੁਸਤਾਨ ਦੇ ਲਈ ਅਤੇ ਕਿਸੇ ਵੀ ਸਮਾਜ ਦੇ ਲਈ ਬੜੀ ਨਮੋਸ਼ੀ ਵਾਲੀ ਗੱਲ ਹੈ। ਜੇਕਰ ਚੁਣੇ ਹੋਏ ਨੁਮਾਇੰਦੇ ਹੀ ਘੁਟਾਲੇ ਅਤੇ ਘਪਲੇ ਕਰਨਗੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਅਤੇ ਉਸ ਰਾਜ ਦੇ ਵਿੱਚ ਜਿਸ ਦੇ ਵਿੱਚ ਮੰਤਰੀਆਂ ਦਾ ਹੀ ਇਹ ਹਾਲ ਹੈ ਉੱਥੇ ਅਫਸਰਾਂ ਨੂੰ ਕੀ ਡਰ ਰਹੇਗਾ ਅਤੇ ਉਹ ਆਮ ਲੋਕਾਂ ਦੀ ਖੱਲ ਲਾਉਣ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਸੋ ਕੈਪਟਨ ਸਾਹਿਬ ਨੂੰ ਅਤੇ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਜਿੰਨੇ ਵੀ ਪੰਜਾਬ ਦੇ ਭ੍ਰਿਸ਼ਟ ਨੇਤਾ ਅਤੇ ਭ੍ਰਿਸ਼ਟ ਵੱਡੇ ਅਫਸਰ ਨੇ ਉਹਨਾਂ ਲਈ ਇੱਕ ਮਿਸਾਲ ਕਾਇਮ ਕਰਨ, ਇੱਕ ਇਹੋ ਜਿਹਾ ਸਿਸਟਮ ਬਣਾਉਣ ਕਿ ਉਹ ਜਿਹੜਾ ਭ੍ਰਿਸ਼ਟਾਚਾਰ ਕਰਨ ਬਾਰੇ, ਘਪਲਾ ਕਰਨ ਬਾਰੇ ਸੋਚ ਵੀ ਨਾ ਸਕਣ ਅਤੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਆ ਉਹਨਾਂ ਦੀ ਜਾਂਚ ਕਰਵਾ ਕੇ ਜੇਕਰ ਉਹ ਦੋਸ਼ੀ ਪਾਈ ਜਾਂਦੇ ਆ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਇੱਕ ਚੰਗੇ ਸਮਾਜ ਦੀ, ਚੰਗੇ ਪੰਜਾਬ ਦੀ ਜਿਹੜੀ ਹੈ ਉਹ ਉਸਾਰੀ ਹੋ ਸਕੇ। ਸੋ ਦੇਸ਼ ਅਤੇ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਵੇਖਦੇ ਰਹੋ ਵੌਇਸ ਆਫ ਪੰਜਾਬ ਟੀਵੀ।